ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੈ ਜੀ ਕਾਂਢੀਆ। ਜਿਨ੍ਹਾਂ ਨੇ ਦੂਜਾਣੇ ਲੱਗਾ ਝੂਰ ਮਰੋ ਸੇ ਵਾਂਢੀਆ। ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੈ ਜੀ ਕਾਂਢੀਆ। ਜਿਨ੍ਹਾਂ ਨੇ ਦੂਜਾਣੇ ਲੱਗਾ ਝੂਰ ਮਰੋ ਸੇ ਵਾਂਢੀਆ। ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ। ਮੈਂ ਤੁਝ ਉੱਪਰ ਬਹੁ ਮਾਣੀਆਂ। ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਪਾਂਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ। ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ। ਪਾਮ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਣੀ। ਬੇਸ਼ੁਮਾਰ ਅਥਾਇ ਗੰਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਇਸ ਪਵਿੱਤਰ ਅਸਥਾਨ ਤੇ ਹਾਜ਼ਰੀ ਭਰ ਰਹੀਆਂ ਸੰਗਤਾਂ ਤਥਾ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਸ਼ਬਦ ਦੀ ਵਿਚਾਰ ਸੁਣਨ ਲਈ ਸੰਗਤਾਂ ਜੁੜ ਬੈਠੀਆਂ ਹਨ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਨੇ ਸੂਹੀ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਪ੍ਰਾਣੀ ਮਾਤਰ ਨੂੰ ਪਰਮਾਤਮਾ ਪਤੀ ਨਾਲ ਜੋੜਨ ਦੀ ਪ੍ਰੇਰਨਾ ਕੀਤੀ ਹੈ। ਅਸਲ ਵਿੱਚ ਸਾਧ ਸੰਗਤ ਹਰ ਮਹਾਂਪੁਰਖ ਆਪਣਾ ਅਨੁਭਵ ਆਪਣਾ ਤਜਰਬਾ ਜੋ ਜੋ ਉਹਦੇ ਜੀਵਨ ਵਿੱਚ ਬੀਤਿਆ ਹੁੰਦਾ ਉਹ ਸਾਡੇ ਵਰਗੇ ਸੰਸਾਰੀ ਲੋਕਾਂ ਨੂੰ ਸਮਝਾਉਂਦੇ ਹਨ। ਹਮੇਸ਼ਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਆਪਣਾ ਤਜਰਬਾ ਦਿੰਦੇ ਹਨ।
ਉਸਤਾਦ ਟੀਚਰ ਆਪਣੇ ਵਿਦਿਆਰਥੀਆਂ ਨੂੰ ਆਪਣੇ ਅਨੁਭਵ ਦੁਆਰਾ ਪ੍ਰੇਰਿਤ ਕਰਦੇ ਤਥਾ ਮਾਰਗਦਰਸ਼ਨ ਕਰਦੇ ਹਨ। ਸੱਚਮੁੱਚ ਭਗਤ ਰਵਿਦਾਸ ਜੀ ਨੇ ਬੜੇ ਹੀ ਸੁੰਦਰ ਸ਼ਬਦਾਂ ਵਿੱਚ ਸਾਨੂੰ ਸਾਡੇ ਲੌਕਿਕ ਅਤੇ ਪਰਲੌਕਿਕ ਦੁਨਿਆਵੀ ਜੀਵਨ ਅਤੇ ਅਧਿਆਤਮਿਕ ਜੀਵਨ ਦੀ ਸੋਝੀ ਪ੍ਰਦਾਨ ਕੀਤੀ। ਇਹ ਠੀਕ ਹੈ, ਜਦੋਂ ਤੀਕਰ ਅਸੀਂ ਵਿਚਾਰ ਨਹੀਂ ਕਰਾਂਗੇ ਸਾਨੂੰ ਸਮਝ ਵਿੱਚ ਨਹੀਂ ਆਏਗੀ। ਇਹ ਵਿਚਾਰ ਦਾ ਮਾਰਗ ਇਸੇ ਲਈ ਗੁਰੂ ਘਰ ਦੇ ਅੰਦਰ ਦ੍ਰਿੜਾਇਆ ਗਿਆ। ਵਿਅਕਤੀਗਤ ਵੀ ਬਾਣੀ ਦਾ ਪਾਠ ਕਰੋ, ਬਾਣੀ ਨੂੰ ਕੀਰਤਨ ਦੁਆਰਾ ਵੀ ਉਚਾਰਨ ਕਰੋ ਜਾਂ ਸੁਣੋ। ਅਤੇ ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰਨ। ਦਾਸ ਜਦੋਂ ਵੀ ਕਿਸੇ ਸਥਾਨ ਤੇ ਕਥਾ ਕਰਦਾ ਹੈ, ਵਿਚਾਰ ਕਰਦਾ ਹੈ, ਤਾਂ ਗੁਰੂ ਅਮਰਦਾਸ ਜੀ ਦੇ ਬਚਨ ਸੰਗਤ ਨੂੰ ਜ਼ਰੂਰ ਦ੍ਰਿੜਾਉਂਦਾ ਹੈ। ਗੁਰੂ ਪਾਤਸ਼ਾਹ ਨੇ ਫਰਮਾਇਆ, ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਕਿਉਂਕਿ ਮੁਕਤ ਸ਼ਬਦ ਦੀ ਵਰਤੋਂ ਬਾਰ-ਬਾਰ ਕੀਤੀ ਗਈ ਅਧਿਆਤਮਿਕ ਦੁਨੀਆ ਵਿੱਚ। ਇਸ ਲਈ ਆਮ ਬੰਦੇ ਦਾ ਧਿਆਨ ਉਸ ਮਰਨ ਤੋਂ ਬਾਅਦ ਵਾਲੀ ਮੁਕਤੀ ਵਿੱਚ ਜਾਂਦਾ ਹੈ। ਪਰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਗੁਰੂ ਘਰ ਵਿੱਚ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੋਈ ਲਾਲਚ, ਕੋਈ ਕਿਸੇ ਨੂੰ ਚੋਚਾ ਨਹੀਂ ਦਿੱਤਾ ਵੀ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੇ। ਇੱਥੇ ਤਾਂ ਗੱਲ ਹੈ ਜੀਵਨ ਮੁਕਤ ਦੀ। ਜਿਸ ਮਨੁੱਖ ਨੂੰ, ਜਿਸ ਵਿਅਕਤੀ ਨੂੰ ਜਿਉਂਦਿਆਂ ਭੈੜੇ ਵਿਚਾਰਾਂ ਤੇ ਵਿਕਾਰਾਂ ਤੋਂ ਮੁਕਤੀ ਨਹੀਂ ਮਿਲੀ, ਉਹਨੂੰ ਅੱਗੋਂ ਕਿੱਥੋਂ ਮਿਲੇਗੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਭਗਤ ਜੀ ਨੇ ਕਮਾਲ ਇਹ ਕੀਤੀ ਹੈ ਕਿ ਉਹਨਾਂ ਨੇ ਸਾਡੇ ਦੁਨਿਆਵੀ ਜੀਵਨ ਵਿੱਚ ਵੀ ਰਸ ਪੈਦਾ ਕੀਤਾ। ਮੈਂ ਦੇਖਦਾ ਹਾਂ ਕਿ ਅੱਜ ਸਾਡੇ ਪਰਿਵਾਰਕ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੇ ਤਣਾਅ ਪੈਦਾ ਹੋ ਰਹੇ ਹਨ। ਮੈਂ ਆਪਣੀ ਉਮਰ ਦੇ ਅੱਧ ਤੋਂ ਵਧੇਰੇ ਉਹ ਸਮਾਂ ਦੇਖਿਆ ਜਦੋਂ ਗੁਰਸਿੱਖ ਪਰਿਵਾਰਾਂ ਵਿੱਚ ਕਦੇ ਵੀ ਇਹੋ ਜਿਹੇ ਤਣਾਅ ਨਹੀਂ ਸੀ ਹੁੰਦੇ। ਕਦੇ ਕੋਈ ਤਲਾਕ ਦਾ ਕੇਸ ਹੁੰਦਾ ਹੀ ਨਹੀਂ ਸੀ। ਕੀ ਹੋਇਆ, ਕਿਧਰੇ ਕੋਈ ਇੱਕ ਅੱਧ ਕਿਸੇ ਦੀ ਗਲਤੀ ਨਾਲ ਹੋਇਆ ਹੋਵੇ, ਨਹੀਂ ਤੇ ਗੁਰਸਿੱਖ ਪਰਿਵਾਰਾਂ ਵਿੱਚ ਐਸਾ ਨਹੀਂ ਸੀ। ਪਰ ਅੱਜ ਕੀ ਦੇਸ਼ ਅਤੇ ਕੀ ਵਿਦੇਸ਼ ਵਿੱਚ ਇਹ ਤਲਾਕ, ਇਹ ਛੱਡ ਛਡਾਊ ਅਤੇ ਅਨੇਕ ਤਰ੍ਹਾਂ ਦੇ ਮਸਲੇ ਸਾਡੇ ਦੁਨਿਆਵੀ ਜੀਵਨ ਵਿੱਚ ਪੈਦਾ ਹੋ ਗਏ। ਯਾਦ ਰੱਖੋ, ਜਦੋਂ ਕਿਸੇ ਇੱਕ ਦੰਪਤੀ ਵਿੱਚ ਵਿਗਾੜ ਪੈਦਾ ਹੁੰਦਾ ਹੈ, ਉਹਦੇ ਨਾਲ ਕਿਤਨੇ ਰਿਲੇਟਿਵ, ਕਿਤਨੇ ਰਿਸ਼ਤੇਦਾਰ, ਕਿਤਨੇ ਸਹੁਰੇ ਪੇਕਿਆਂ ਦੇ ਸਭ ਦੁਖੀ ਹੋ ਜਾਂਦੇ। ਇਸ ਲਈ ਬੱਚੇ ਬੱਚੀਆਂ ਨੂੰ ਵੀ ਚਾਹੀਦਾ ਹੈ ਉਹ ਗੁਰਬਾਣੀ ਦੀ ਵਿਚਾਰ ਕਰਕੇ, ਸੁਣ ਕੇ ਆਪਣੇ ਜੀਵਨ ਦੇ ਅੰਦਰ ਉਹੋ ਜਿਹਾ ਸੁੱਖ ਪੈਦਾ ਕਰਨ। ਮੈਂ ਇੱਕ ਦਫਾ ਗੁਰਦੁਆਰਾ ਮੰਜੀ ਸਾਹਿਬ ਤੋਂ ਵਿਚਾਰ ਕਰਦਿਆਂ ਇਹ ਬੇਨਤੀ ਕੀਤੀ ਕਿ ਹਰ ਗੁਰਸਿੱਖ ਬੱਚੀ ਨੂੰ ਤਥਾ ਹਰ ਮਾਈ ਭਾਈ ਨੂੰ ਸ਼ਬਦ ਹਜ਼ਾਰੇ ਬਾਣੀ ਦਾ ਪਾਠ ਕਰਨਾ ਚਾਹੀਦਾ। ਉਸ ਬਾਣੀ ਦੇ ਅੰਦਰ ਗੁਰਦੇਵ ਨੇ ਬੜੇ ਹੀ ਸੁੰਦਰ ਸ਼ਬਦਾਂ ਵਿੱਚ ਸੁਹਾਗਣ ਦੇ ਲੱਛਣ ਬਿਆਨ ਕੀਤੇ ਨੇ। ਸੁਹਾਗਣ ਬਣਨ ਦੀ ਪ੍ਰੇਰਨਾ ਦਿੱਤੀ ਹੈ। ਹਰ ਗੱਲ ਖੋਲ ਕੇ ਸਮਝਾਈ ਕਿ ਜੇ ਆਪਣੇ ਜੀਵਨ ਨੂੰ ਸੁਖੀ ਬਣਾਉਣਾ ਹੈ ਤੇ ਇਹ ਤਰੀਕਾ ਵਰਤੋ। ਆਨੜੀਏ
मानड़ा काए करे, आप नड़े घर हर, रंगों की ना माणे, शह नेड़े धन कमलिए, बाहर क्या ढूंढे, पैकियां दे सलाइयां नैनी, भाव का कर सिंगारो, तां सुहागण जानिए लागी, जां शह धरे प्यारो। शब्द तुहानू आउंदा है, मैं शब्द सुना के सिर्फ समा नहीं पूरा करना, मैं तो सिर्फ टच देनी, प्रेरणा करनी। मेरियां बच्चियां नू, धीआं भैणां नू ये जरूरी है कि वो गुरबाणी विचों ये जाच सीखन। अज भगत रविदास जी ने जिहड़ा नुकता उठाया, वो कहते ने सो कत जाने पीर पराई, जाके अंतर दर्द न पाई। सो कत जाने, सो का मतलब है वो जीव इस्तरी, कत कदों जानती, किसी दूजे की पीड़ नूं वो नहीं जान सकती जिदे अपने अंदर अपने प्यारे दे विछोड़े की पीड़ नहीं पैदा हुई। बड़ी डूंगी गल कहती भगत जी। सो कत जाने पीर पराई, जाके अंतर दर्द न पाई। ये दर्द भी एक अवस्था है। फरीद जी ने नू अपने शब्दों में कहा, फरीदा बिरहा बिरहा आखी है, बिरहा तू सुल्तान, जित तन बिरह न उपजै, सो तन जान मसान। आख्या जिस हिरदे दे अंदर प्रभु प्यारे दे विछोड़े की पीड़ पैदा नहीं होई, वो हिरदा ना समझो, शमशान समझो। इतनी डूंगी गल समझण ते समझाउण लई बड़ी एकाग्रता की लोड़ है। आख्या प्रभु दे विछोड़े की पीड़ वो जान सकता है जिस दे अंदर ये पीड़ होवे। जिन्हें कदे इस गल वल ध्यान ही नहीं दिता, उन्होंने कोई फर्क नहीं महसूस होता। सो कत जाने पीर पराई, जाके अंतर दर्द न पाई। अंतर दे रारे नूं सिहारी है जिहदे हिरदे विच कदे परमात्मा पति दे विछोड़े की पीड़ महसूस ही नहीं हुई, वो दूजियां दी पीड़ नूं की समझ सकता। उन्होंने तो सब गल्लां फजूल लगदियां ने, पर जिन्हां ने उस विछोड़े नूं जाने, उन्हां दी बाणी पढ़ के देखिए। आखां जीवां विसरै मर जाऊं, आखण औखा साचा नाम। साचे नाम की लागै भूख, तित भूखै खाए चलिए दुख। सो क्यों विसरै मेरी माए, साचा साहिब साचे नाए रहाओ। साचे नाम की तिल वड्याई, आख थके कीमत नहीं पाई। आख्या जिदे अपने अंदर परमेश्वर के विछोड़े की पीड़ नहीं जागी, वो दूजे की पीड़ नहीं जान सकता। यह है शब्द की रहाओ की पंक्ति। इनू जितना वध तो वध रिड़किया विचारिया जाए, असी अंतर्मुखी हो जावांगे। अज मेरे समेत बहुता संसार बाहर मुखी हो चुका है। बाहर दियां चीज़ां, बाहर दे पदार्थ, बाहर दे सुख सानू चंगे लगते, असी अपने अंदर दे ओ सुख की कदे भाल ही नहीं की। इसलिए सानू दूजियां दी पीड़ भी महसूस नहीं होती। भगत रविदास जी कहते हैं, सो कत जाने पीर पराई, सो कत जाने पीर पराई। सो कत जाने जाके अंतर दर्द न पाई, जाके अंतर दर्द न पाई।
ਇਸੇ ਲਈ ਗੁਰੂ ਘਰ ਵਿੱਚ ਆਉਣ ਵਾਲਿਆਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ ਨਿਤਾ ਪ੍ਰਤੀ ਇਹ ਯਾਦ ਕਰਾਇਆ ਜਾਂਦਾ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਹੁਤੇ ਤੇ ਆਪਣਾ ਸਮਾਂ ਇਵੇਂ ਹੀ ਗਵਾ ਦਿੰਦੇ ਹਨ ਤੇ ਕਈ ਜਾਂਦੇ ਨੇ ਜੀ ਹਾਲੀ ਕੀ ਵਿਗੜਿਆ, ਹਾਲੀ ਬੜਾ ਟਾਈਮ ਪਿਆ, ਹਾਲੀ ਅਸੀਂ ਇਉਂ ਕਰ ਲਵਾਂਗੇ, ਇਉਂ ਕਰ। ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹੜੇ ਸਿੱਖ ਜਗਤ ਦੇ ਰੂਹਾਨੀ ਕਵੀ ਹੋਏ ਨੇ, ਮੈਂ ਰੂਹਾਨੀ ਕਵੀ ਇਸ ਲਈ ਕਹਿੰਦਾ ਕਿ ਉਹਨਾਂ ਦੀ ਹਰ ਕਵਿਤਾ ਵਿੱਚੋਂ ਛੋਟੇ ਬੰਦ ਲੈ ਲਓ, ਵੱਡੇ ਲੈ ਲਓ, ਕੋਈ ਰੁਬਾਈ ਲੈ ਲਓ, ਉਹਦੇ ਵਿੱਚ ਪ੍ਰਭੂ ਪਿਆਰ ਦੀਆਂ ਗੱਲਾਂ ਉਗੜ ਉਗੜ ਕੇ ਪੈਂਦੀਆਂ ਨੇ। ਉਹ ਕਹਿੰਦੇ ਨੇ, ਹੇ ਦੁਨੀਆ ਦੇ ਲੋਕੋ, ਇਹ ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਜੇ ਕਰਦਾ, ਇਹ ਆਪਣੀ ਰਫਤਾਰੇ ਤੁਰਿਆ ਜਾਂਦਾ ਹੈ। ਇਸ ਲਈ ਸਮੇਂ ਦੀ ਕਦਰ ਕਰੋ, ਤੇ ਬੀਤ ਗਿਆ ਸਮਾਂ ਮੁੜ ਕੇ ਹੱਥ ਨਹੀਂ ਆਉਣਾ। ਭਾਈ ਸਾਹਿਬ ਕਹਿੰਦੇ ਨੇ, ਰਹੀ ਵਾਸਤੇ ਕਤ ਸਮੇਂ ਨੇ ਇੱਕ ਨ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਮੈਂ ਕਿਵੇਂ ਨ ਸਕੀ ਰੋਕ ਅਟਕ ਜੋ ਪਾਈ ਪੰਨੀ, ਹੋ ਸੰਭਲ ਕਰ ਸਫਲ ਇਸ ਸਮੇਂ ਨੂੰ, ਇਹ ਸਮਾਂ ਉਡੰਦਾ ਜਾਵੰਦਾ, ਇਹ ਠਹਿਰਨ ਜਾਚ ਨ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵੰਦਾ। ਸਮੇਂ ਨੂੰ ਸੰਭਾਲੀਏ। ਭਗਤ ਰਵਿਦਾਸ ਜੀ ਨੇ ਬੜਾ ਮਹਾਨ ਨੁਕਤਾ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਆਖਿਆ, ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨ ਪਾਈ। ਆਓ ਮਹਿਸੂਸ ਕਰੀਏ, ਅਸੀਂ ਕਾਹਦੇ ਲਈ ਆਏ ਹਾਂ, ਸਾਨੂੰ ਇਹ ਮਨੁੱਖਾ ਜਨਮ ਕਾਹਦੇ ਲਈ ਮਿਲਿਆ, ਕਿ ਅਸੀਂ ਉਸ ਪਾਸੇ ਕੋਈ ਕਦਮ ਧਰਿਆ ਕਿ ਨਹੀਂ ਧਰਿਆ, ਅਸੀਂ ਕਦੇ ਸੋਚਿਆ ਕਿ ਨਹੀਂ ਸੋਚਿਆ। ਕਿਤਨੇ ਚਾਅ, ਕਿਤਨੇ ਉਮਾਹ ਹੁੰਦੇ ਹਨ ਜਦੋਂ ਇੱਕ ਬੱਚੇ ਦਾ ਆਨੰਦ ਕਾਰਜ ਕੀਤਾ ਜਾਂਦਾ, ਪਰ ਅਸੀਂ ਅੱਜ ਸਭ ਕੁਝ ਆਪਣਾ ਬਦਲ ਚੁੱਕੇ। ਕੋਈ ਸਮਾਂ ਸੀ ਜਦੋਂ ਆਨੰਦ ਕਾਰਜ ਦੇ ਸਮੇਂ ਮੇਲੀ ਤੇ ਬਰਾਤੀ ਸਭ ਸੰਗਤ ਦੇ ਰੂਪ ਵਿੱਚ ਬੈਠਦੇ ਸਨ, ਜੋੜੀ ਵੀ ਬੈਠਦੀ ਸੀ, ਪਵਿੱਤਰ ਬਾਣੀ ਦਾ ਕੀਰਤਨ ਹੁੰਦਾ ਸੀ, ਫਿਰ 4 ਲਾਵਾਂ ਦੀ ਵਿਚਾਰ ਕੀਤੀ ਜਾਂਦੀ ਸੀ। ਉਹ 4 ਲਾਵਾਂ ਦੀ ਵਿਚਾਰ ਉਹਨਾਂ ਦੇ ਉਸ ਜੀਵਨ ਵਿੱਚ ਇੱਕ ਐਸੀ ਬੁਨਿਆਦ ਰੱਖ ਦਿੰਦੀ ਸੀ। ਪਰ ਅੱਜ ਅਸੀਂ ਸਾਰਾ ਕੁਝ ਬਦਲ ਦਿੱਤਾ ਹੈ, ਸਾਡੀ ਆਪਣੀ ਅਗਿਆਨਤਾ ਤੇ ਮੂਰਖਤਾ। ਨੱਚਦਿਆਂ ਭਾਵੇਂ ਕਿਤਨਾ ਟਾਈਮ ਲੱਗ ਜਾਏ, ਪੈਲਸਾਂ ਵਿੱਚ ਕਿਤਨਾ ਟਾਈਮ ਲੱਗ ਜਾਏ, ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆਉਂਦਿਆਂ ਸਾਰ ਆਰਡਰ ਚੜਾ ਦਿੰਦੇ ਹਾਂ, ਭਾਈ ਸਾਹਿਬ ਜਰਾ ਛੇਤੀ ਕਰ ਦਿਓ, ਖਿਮਾ ਕਰਨਾ। ਮੈਂ ਜਨਰਲ ਤੌਰ ਤੇ ਇਸ ਸਿੱਖ ਜਗਤ ਦੀ ਆਈ ਕਮਜ਼ੋਰੀ ਨੂੰ ਬਹੁਤ ਬੁਰੀ ਤਰ੍ਹਾਂ ਮਹਿਸੂਸ ਕਰ, ਜਲਦੀ ਕਰ ਦਿਓ। ਕਈ ਵਾਰੀ ਤੇ ਐਸੇ ਵੀ ਮੌਕੇ ਆਏ ਕਿ ਬੱਚੀ ਹਾਲੀ ਆਈ ਨਹੀਂ, ਜਿਹਨੂੰ ਲਿਆਉਣਾ ਬੱਚੀ ਦੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ, ਤੇ ਆਰਡਰ ਕਰ ਦਿੱਤਾ ਜਾਂਦਾ, ਭਾਈ ਸਾਹਿਬ ਛੇਤੀ ਕਰ ਦਿਓ। ਕਈ ਵਾਰੀ ਖਿਝ ਵੀ ਆਉਂਦੀ ਹੈ ਤੇ ਮੂੰਹੋਂ ਨਿਕਲ ਜਾਂਦਾ ਵੀ ਦੱਸੋ ਕਾਹਦੇ ਨਾਲ ਛੇਤੀ ਕਰਦੀ। ਇੰਨੀ ਛੇਤੀ ਨੇ ਸਾਡੇ ਬੱਚਿਆਂ ਦੇ ਜੀਵਨ ਵਿੱਚ ਉਹ ਬੇਰਸੀ ਪੈਦਾ ਕੀਤੀ, ਜੋ ਕੁਝ ਉਹਨਾਂ ਨੂੰ ਉਸ ਮੌਕੇ ਤੇ ਕਹੇ ਜਾਣਾ ਚਾਹੀਦਾ ਉਹ ਕਿਹਾ ਹੀ ਨਹੀਂ ਜਾਂਦਾ, ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਕਿਵੇਂ ਅਹਿਸਾਸ ਹੋਵੇਗਾ, ਉਹਨਾਂ ਦੇ ਅੰਦਰ ਕਿਵੇਂ ਇਹ ਗੱਲ ਜਾਗੇਗੀ ਕਿ ਸਾਡੇ ਗੁਰੂ ਨੇ ਇਹ ਕਿਹਾ, ਧਨ ਪਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਆਂ ਸੋਏ। ਕਿਵੇਂ ਪਤਾ ਲੱਗੇ ਜਦੋਂ ਅਸੀਂ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਾਉਣੀ ਨਹੀਂ, ਫਿਰ ਉਹਨਾਂ ਦੇ ਨਤੀਜੇ ਵੀ ਅਸੀਂ ਭੁਗਤਾਂਗੇ। ਉਹਨਾਂ ਦੇ ਜੀਵਨ ਵਿੱਚ ਉਹ ਗੱਲ, ਉਹ ਰਸ ਬਣਦਾ ਹੀ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਈ ਸਹਿ ਕੀ ਸ਼ਾਹ ਸਾਰ
ਸੁਹਾਗਣ ਜਾਣੈ। ਇੱਥੇ ਸ਼ਬਦ ਸੱਸਾ ਹਾਹਾ ਸ਼ੈ, ਇਹ ਠੀਕ ਹੈ ਕਿ ਬਹੁਤੀ ਥਾਈਂ ਸੱਸਾ ਹਾਏ ਨੂੰ ਔਂਕੜ ਆਉਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਤਿੰਨੇ ਰੂਪ ਆਉਂਦੇ ਨੇ। ਸੱਸਾ ਹਾਏ ਨੂੰ ਔਂਕੜ ਵੀ ਆਉਂਦਾ, ਸੱਸਾ ਹਾਹਾ ਮੁਕਤਾ ਵੀ ਆਉਂਦਾ, ਤੇ ਸੱਸਾ ਹਾਏ ਨੂੰ ਸਿਹਾਰੀ ਵੀ ਆਉਂਦੀ। ਅਸੀਂ ਸ਼ੌ ਪੜ੍ਹਨ ਤੇ ਜ਼ੋਰ ਤੇ ਦਿੱਤਾ, ਪਰ ਅਸਲ ਸ਼ਬਦ ਇੱਥੇ ਸ਼ੈ ਹੈ। ਹੁਣ ਦੇਖੋ, ਤੁਸੀਂ ਕਹੋਗੇ ਇੱਥੇ ਔਂਕੜ ਕਿਉਂ ਨਹੀਂ ਆਇਆ? ਕਿਉਂਕਿ ਨਾਲ ਕੀ ਆ ਗਿਆ। ਜਦੋਂ ਕਿਸੇ ਨਾਉਨ ਦੇ ਨਾਲ ਕਾ, ਕੇ, ਕੀ, ਕਉ, ਕਹਿ ਆਏਗਾ, ਉਹਦਾ ਔਂਕੜ ਹਟ ਜਾਏਗਾ। ਸਿੰਘ ਸਾਹਿਬ ਨੇ ਠੀਕ ਪੜਿਆ, ਸ਼ੈ ਕੀ ਸਾਰ ਸੁਹਾਗਣ ਜਾਣੈ। ਜਿਹੜੀ ਸੁਹਾਗਣ ਇਸਤਰੀ ਹੈ, ਉਸ ਨੂੰ ਆਪਣੇ ਪਤੀ ਦੀ ਕਦਰ ਹੈ, ਉਹਨੂੰ ਆਪਣੇ ਪਤੀ ਦਾ ਸਤਿਕਾਰ ਹੈ, ਉਹਨੂੰ ਆਪਣੇ ਪਤੀ ਦੀ ਹੋਂਦ ਦਾ ਅਨੁਭਵ ਹੈ। ਸ਼ੈ ਕੀ ਸਾਰ ਸੁਹਾਗਣ ਜਾਣੈ। ਹੁਣ ਸੁਹਾਗਣ ਤੇ ਦੁਹਾਗਣ ਦੋ ਸ਼ਬਦ ਸਾਡੇ ਇਸਤਰੀ ਸਮਾਜ ਵਿੱਚ ਆਮ ਵਰਤੇ ਜਾਂਦੇ। ਇਹ ਕੋਈ ਓਪਰੇ ਸ਼ਬਦ ਨਹੀਂ ਹੈਗੇ। ਸੁਹਾਗਣ ਕਿਸ ਨੂੰ ਕਿਹਾ ਜਾਂਦਾ ਹੈ? ਸੁਹਾਗਣ ਦੇ ਲੱਛਣ ਕੀ ਹਨ? ਗੁਰੂ ਕੀ ਬਾਣੀ ਵਿੱਚੋਂ ਪੜ੍ਹ ਕੇ ਦੇਖੋ। ਪਾਤਸ਼ਾਹ ਫਰਮਾਉਂਦੇ ਨੇ, ਟੂੰਡੇਂਦੀ ਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਹੜੀਆਂ ਸੁਹਾਗਣਾਂ ਨੇ, ਉਹਨਾਂ ਨੂੰ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਪਾਸੇ ਦੀ ਝਾਕ ਨਹੀਂ। ਸ਼ੈ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਸਭ ਤੋਂ ਪਹਿਲਾਂ ਉਹ ਆਪਣੇ ਅੰਦਰੋਂ ਅਭਿਮਾਨ ਨੂੰ ਤਿਆਗਦੀ ਹੈ, ਤਜ ਦੇ ਜੱਜੇ ਨੂੰ ਸਿਹਾਰੀ ਹੈ, ਤਜ ਕੇ ਹੰਕਾਰ ਨੂੰ ਛੱਡ ਕੇ। ਤੇ ਜਦੋਂ ਅਹੰਕਾਰ ਆ ਜਾਏ, ਉੱਥੇ ਤਾਂ ਫਿਰ ਮੁਕਾਬਲੇ ਦੀ ਚੋਟ ਹੋ ਜਾਂਦੀ। ਮੈਂ ਬਹੁਤ ਦੇਰ ਪੜ੍ਹਦਾ ਰਿਹਾ, ਫਿਰ ਸਮਝ ਆਈ। ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੁਮਨ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਮਨ ਸੰਗ ਜੋਰੈ। ਇੱਥੇ ਸ਼ਬਦ ਤੁਮਨ, ਜਿਹੜੇ ਯੂਪੀ ਦੇ ਭਈਏ ਲੋਕ ਆਉਂਦੇ ਨੇ, ਉਹ ਜਦੋਂ ਵੀ ਗੱਲਬਾਤ ਕਰਦੇ ਨੇ, ਉਹ ਤੁਮਨ ਤੇ ਹਮਨ ਕਹਿੰਦੇ। ਤੇ ਜੇ ਇਹ ਕਹਿ ਦਿਓ ਵੀ ਤੁਮ ਨਾ ਤੋਰੋ ਤਾਂ ਹਮ ਨਹੀਂ ਤੋੜੈ, ਤੁਸੀਂ ਨਹੀਂ ਤੋੜੋਗੇ ਅਸੀਂ ਵੀ ਨਹੀਂ ਤੋੜਾਂਗੇ, ਤੇ ਬਰਾਬਰ ਦੀ ਚੋਟ ਹੋ ਗਈ। ਨਹੀਂ, ਇੱਥੇ ਦ੍ਰਿੜਤਾ, ਇੱਥੇ ਵਿਸ਼ਵਾਸ, ਇੱਥੇ ਪੂਰਨ ਭਰੋਸਾ ਤੇ ਯਕੀਨ ਪੈਦਾ ਕਰਨਾ। ਹੈ ਪਤੀ ਦੇਵ, ਜੇ ਤੁਸੀਂ ਨਾਰਾਜ਼ ਵੀ ਹੋਵੋਗੇ, ਮੈਂ ਨਹੀਂ ਨਾਰਾਜ਼ ਹੋਵਾਂਗਾ, ਮੈਂ ਇਹ ਘਰ ਛੱਡ ਕੇ ਨਹੀਂ ਜਾਵਾਂਗੀ। ਪੁਰਾਣੇ ਸਮੇਂ ਵਿੱਚ ਮਾਪੇ ਇਹ ਸਿੱਖਿਆ ਦਿੰਦੇ ਸਨ, ਔਰ ਜਿਨ੍ਹਾਂ ਧੀਆਂ ਨੂੰ ਇਹ ਸਿੱਖਿਆ ਪਰਪੱਕ ਹੋ ਜਾਂਦੀ ਸੀ, ਉਹ ਕਹਿੰਦੀ ਮੇਰੀ ਡੋਲੀ ਇਸ ਘਰ ਵਿੱਚ ਆਈ ਹੈ, ਮੇਰੀ ਅਰਥੀ ਇੱਥੋਂ ਜਾਏਗੀ, ਮੈਂ ਪਹਿਲਾਂ ਕਦੇ ਨਹੀਂ ਤੁੱਤਿਆ। ਇਹ ਦ੍ਰਿੜਤਾ ਹੋਣੀ ਬੜੀ ਜ਼ਰੂਰੀ। ਇਹ ਠੀਕ ਹੈ ਕਿ ਅੱਜ ਕ੍ਰਾਸ ਐਗਜ਼ਾਮੀਨੇਸ਼ਨ ਵਿੱਚ ਅਸੀਂ ਬਹੁਤ ਅੱਗੇ ਵੱਧ ਗਏ ਹਾਂ, ਬੜੇ ਸਵਾਲ ਜਵਾਬ ਨੇ, ਪਰ ਭਗਤ ਰਵਿਦਾਸ ਜੀ ਨੇ ਜੋ ਬਚਨ ਕਹੇ ਨੇ, ਬੜੇ ਤਤਸਾਰ ਬਚਨ ਨੇ। ਆਖਿਆ, ਸ਼ੈ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਤਜ ਦੇ ਜੱਜੇ ਨੂੰ ਸਿਹਾਰੀ ਹੋਣ ਕਰਕੇ, ਤਜ ਕੇ ਹੰਕਾਰ ਨੂੰ ਛੱਡ ਕੇ ਉਹ ਫਿਰ ਆਪਣੇ ਪਤੀ ਦੇ ਪਿਆਰ ਨੂੰ ਮੰਨਦੀਆਂ ਹਨ, ਭਾਵ ਆਪਣੇ ਪਤੀ ਦੇ ਪਿਆਰ ਵਿੱਚ ਪ੍ਰਸੰਨ ਚਿੱਤ ਰਹਿੰਦੀਆਂ ਹਨ। ਤੇ ਤਨ ਮਨ ਦੇ ਨਾ ਅੰਤਰ ਰੱਖੈ, ਤਨ ਮਨ ਦੇ ਆਪਣਾ ਆਪ ਸਮਰਪਿਤ ਕਰ। ਗੁਰੂ ਪਾਤਸ਼ਾਹ ਨੇ ਬੱਚੀਆਂ ਨੂੰ ਸ਼ਿੰਗਾਰ ਕਰਨ ਦੀ ਆਗਿਆ ਦਿੱਤੀ ਹੈ, ਪਰ ਜਿਹੜੇ ਅੱਜ ਦੇ ਸ਼ਿੰਗਾਰ ਨੇ, ਜਿਹੜਾ ਅੱਜ ਦਾ ਨੰਗੇਜਵਾਦ ਹੈ, ਜਿਹੜੇ ਅੱਜ ਦੇ ਸਾਡੇ ਬਸਤਰ ਤੇ ਪੁਸ਼ਾਕਾਂ ਨੇ, ਇਹ ਤਾਂ ਦੂਜਿਆਂ ਨੂੰ ਭੜਕਾਉਣ ਵਾਸਤੇ ਨੇ। ਨਾ ਭਾਈ, ਸਾਡੇ ਗੁਰੂ ਨੇ ਤੇ ਮੱਤ ਦਿੱਤੀ ਹੈ, ਭੈਕੀਆਂ ਦੇਹ ਸਲਾਈਆਂ ਨੈਣੀ, ਭੈਕੀਆਂ ਦੇਹ
ਸਲਾਈਆਂ ਨੈਣ, ਦੇਹ ਸਲਾਈਆਂ ਨੈਣ, ਭੈ ਕੀਆਂ ਦੇਹ। ਇਹ ਠੀਕ ਹੈ, ਤੁਹਾਨੂੰ ਬੋਲਣ ਵਿੱਚ ਕੁਝ ਮਜਬੂਰੀ ਨਜ਼ਰ ਆਉਂਦੀ ਹੈ, ਮੈਂ ਨਹੀਂ ਬੁਲਾਉਂਦਾ। ਮੇਰਾ ਮਤਲਬ ਇਹ ਹੈ ਕਿ ਤੁਸੀਂ ਸੁਣਦੇ ਸੁਣਦੇ ਕਿਧਰੇ ਸੌ ਨਾ ਜਾਇਓ। ਮੈਂ ਚਾਹੁੰਦਾ ਤੁਸੀਂ ਸਾਵਧਾਨ ਹੋ ਕੇ ਸੁਣੋ, ਬਾਣੀ ਤੁਹਾਨੂੰ ਆਉਂਦੀ ਹੈ। ਔਰ ਇਹ ਗੱਲ ਆਪਾਂ ਨੇ ਸਾਰੇ ਸੰਸਾਰ ਵਿੱਚ ਸਭ ਬੱਚੀਆਂ ਸਾਡੀਆਂ। ਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਿੰਗਾਰ ਤੇ ਕਰੋ, ਪਰ ਅੱਖਾਂ ਵਿੱਚ ਭੈ ਦਾ ਸੁਰਮਾ ਪਾਓ। ਇਹ ਪੁਰਾਣਾ ਸ਼ਬਦ ਸੀ ਬਈ ਸੁਰਮ ਸਲਾਈ ਪਾਉਣੀ। ਆਖਿਆ ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ। ਆਪਣੇ ਹਿਰਦੇ ਵਿੱਚ ਪਤੀ ਲਈ ਪਿਆਰ ਪੈਦਾ ਕਰੋ, ਤੇ ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸ਼ੈ ਧਰੇ ਪਿਆਰੋ। ਤੇ ਜਿਸ ਨੇ ਇਹੋ ਜਿਹਾ ਸ਼ਿੰਗਾਰ ਨਹੀਂ ਕੀਤਾ, ਉਹ ਤਾਂ ਆਪਣੀ ਹਉਮੈ ਵਿੱਚ ਹੈ। ਉਹਨੂੰ ਤਾਂ ਆਪਣੀ ਸੁੰਦਰਤਾ ਤੇ ਆਪਣੀ ਜਵਾਨੀ ਤੇ ਆਪਣੇ ਪੇਕਿਆਂ ਦੇ ਧਨ ਤੇ ਮਾਣ ਹੈ। ਤੇ ਜਿਸ ਨੂੰ ਇਹੋ ਜਿਹਾ ਮਾਣ ਹੈ, ਉਹਦਾ ਅਭਿਮਾਨ ਕਦੇ ਮੁੱਕਣਾ ਹੀ ਨਹੀਂ। ਤੇ ਜਦ ਤੱਕ ਉਹਦਾ ਅਭਿਮਾਨ ਮੁੱਕਣਾ ਨਹੀਂ, ਉਹਨੇ ਕਦੇ ਪਰਮੇਸ਼ਵਰ ਪਤੀ ਦੀ ਨੇੜਤਾ ਪ੍ਰਾਪਤ ਨਹੀਂ ਕਰਨੀ। ਫਿਰ ਧਿਆਨ ਦਿਓ, ਸਹਿ ਕੀ ਸਾਰ ਸੁਹਾਗਣ ਜਾਣੈ। ਉਹ ਸੁਹਾਗਣ ਇਸਤਰੀ ਆਪਣੇ ਪਤੀ ਦੀ ਸਾਰ, ਸਾਰ ਅੱਖਰ ਬਾਣੀ 'ਚ ਬਹੁਤ ਰੂਪਾਂ ਵਿੱਚ ਆਉਂਦਾ। ਸਾਰ ਦਾ ਮਤਲਬ ਸ੍ਰੇਸ਼ਟ ਵੀ ਹੈ, ਸਾਰ ਦਾ ਮਤਲਬ ਨਿਚੋੜ ਵੀ ਹੈ, ਸਾਰ ਦਾ ਮਤਲਬ ਫੁਲਾਦ ਵੀ ਹੈ। ਇੱਥੇ ਸਾਰ ਦਾ ਮਤਲਬ ਹੈ ਕਦਰ। ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਸਭ ਤੋਂ ਪਹਿਲੀ ਸ਼ਰਤ ਹੈ ਕਿ ਉਹ ਆਪਣੇ ਅੰਦਰੋਂ ਅਹੰਕਾਰ ਛੱਡ ਕੇ ਆਪਣੇ ਪਤੀ ਨੂੰ ਸਮਰਪਿਤ ਹੋ ਜਾਣ। ਕਬੀਰ ਜੀ ਨੇ ਵੀ ਇਹੀ ਗੱਲ ਕਹੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा न हूँ, जब आपा पर का मिट गया, जत देखा तत तू। भगत जी ने भी कहा, जब हम होते तब तू नाही, अब तू ही मैं नाही। अनल अगम जैसे लहर मैं ओदत, जल केवल जल माही। इस तरह आपा मिटा के ਉਹਦੇ ਨਾਲ ਇੱਕ ਮਿਕ ਹੋਣ ਦੀ ਗੱਲ ਗੁਰਦੇਵ ਨੇ ਸਮਝਾਈ ਹੈ। ਪਰ ਇਹ ਸਮਝ ਕਿਹਨਾਂ ਨੂੰ ਆਵੇਗੀ? ਜਿਹੜੇ ਗੁਰੂ ਦੀ ਸੰਗਤ ਵਿੱਚ ਆਉਣਗੇ, ਗੁਰੂ ਕੀ ਬਾਣੀ ਨੂੰ ਪੜ੍ਹ ਕੇ ਵਿਚਾਰਨ ਤੇ ਆਪਣੇ ਜੀਵਨ ਤੇ ਟਿਕਾਉਣਗੇ। ਭਗਤ ਫਰੀਦ ਜੀ ਨੇ ਕਿਹਾ, ਤੈਂ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ੈ ਨਾਹੀ ਦੋਸ਼। ਆਖਿਆ, ਹੇ ਪ੍ਰਭੂ, ਤੂੰ ਮੇਰੀ ਕਿਸੇ ਗੱਲ ਤੇ ਨਾਰਾਜ਼ ਹੋ, ਪਰ ਮੈਨੂੰ ਇਹ ਸਮਝ ਹੈ ਕਿ ਮੇਰੇ ਵਿੱਚ ਦੋਸ਼ ਨੇ, ਤੇਰੇ ਵਿੱਚ ਕੋਈ ਦੋਸ਼ ਨਹੀਂ। ਪਰ ਅੱਜ ਦੀ ਬੱਚੀ ਕੀ ਕਹਿੰਦੀ? ਨਹੀਂ ਨਹੀਂ, ਇਹਨਾਂ ਵਿੱਚ ਹੀ ਸਾਰੇ ਦੋਸ਼ ਨੇ, ਮੇਰੇ ਵਿੱਚ ਕੋਈ ਦੋਸ਼ ਹੀ ਨਹੀਂ। ਬਸ ਤਣਾਅ ਪੈਦਾ ਹੋ ਗਿਆ, ਤਲਖੀ ਪੈਦਾ ਹੋ ਗਈ ਔਰ ਜੀਵਨ ਬੇਰਸ ਬਣ ਗਿਆ। ਭਗਤਾਂ ਨੇ ਕਿਹਾ, ਜਬ ਹਮ ਹੋਤੇ। ਹਮ ਹੋਤੇ ਦਾ ਮਤਲਬ ਜਦੋਂ ਤੱਕ ਸਾਡੇ ਅੰਦਰ ਆਪਣੀ ਹਉਮੈ ਦਾ ਅਹਿਸਾਸ ਸੀ, तब तू नाही, अब तू ही मैं नाही। वो मैं किथे गई? अनल अगम जैसे लहर मैं ओदत, जल केवल जल माही। आख्या जिमें पानी विचों लहरां उठदियां ने, फिर पानी विच ही समा जांदियां ने। हुण मेरे तुहाडे विच कोई अंतर नहीं। सह की सार सुहागण जाने, तज अभिमान सुख रलियां माने। तन मन दे 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 ਇਹਨੂੰ ਸਿਰ ਦੇ ਦਿੰਦੀ ਹੈ। ਆਪਣਾ ਤਨ ਤੇ ਮਨ ਪਤੀ ਦੇ ਹਵਾਲੇ ਕਰ ਦਿੰਦੀ, ਸਮਰਪਿਤ ਕਰ ਦਿੰਦੀ। ਨਾ ਅੰਤਰ ਰੱਖੇ। ਇੱਥੇ ਅੰਤਰ ਦਾ ਸਪੈਲਿੰਗ ਬੜਾ ਧਿਆਨ ਨਾਲ ਸਿੱਖਣਾ। ਇੱਕ ਅੰਤਰ ਉੱਪਰ ਆਇਆ ਸੀ ਜਿਹਦਾ ਰਾਰੇ ਨੂੰ ਸਿਆਰੀ ਸੀ। ਇੱਥੇ ਅੰਤਰ ਰਾਰੇ ਨੂੰ ਔਂਕੜ ਹੈ, ਜਿਹਦਾ ਮਤਲਬ ਹੈ ਫਰਕ ਨਹੀਂ ਰੱਖਦੀ। ਆਪਣੇ ਆਪ ਨੂੰ ਪਤੀ ਦੇ ਸਮਰਪਿਤ ਕਰਨ ਵਿੱਚ ਸੰਕੋਚ ਨਹੀਂ ਕਰਦੀ। ਤਨ ਮਨ ਦੇ ਨਾ ਅੰਤਰ ਰੱਖੈ, ਅਵਰਾਂ ਦੇਖ ਨ ਸੁਨੈ ਅਭਾਖੈ।
ਦੂਜਿਆਂ ਦੀਆਂ ਗੱਲਾਂ ਨਹੀਂ ਸੁਣਦੀ, ਦੂਜਿਆਂ ਦੇ ਸਬਜ਼ ਬਾਗ ਵੇਖ ਕੇ ਕਦੇ ਨਹੀਂ ਡੋਲਦੀ। ਕਹਿੰਦੀ ਜੋ ਸੁੱਖ ਮੈਨੂੰ ਪਤੀ ਦੀ ਸੇਵਾ ਵਿੱਚ ਹੈ, ਪਤੀ ਦੇ ਘਰ ਵਿੱਚ ਹੈ, ਮੈਨੂੰ ਬਾਹਰ ਦਾ ਕੀ ਮਤਲਬ। ਮੈਂ ਕਈ ਵਾਰੀ ਮਿਸਾਲ ਦਿਆ ਕਰਦਾ ਕਿ ਜਦੋਂ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਹੋ ਗਿਆ ਤੇ ਉਹਨਾਂ ਨੇ ਆਪਣੀ ਪਤਨੀ ਸੀਤਾ ਜੀ ਨੂੰ ਕਿਹਾ, ਸੀਤਾ ਤੂੰ ਤੇ ਰਾਜੇ ਦੀ ਧੀ ਹੈ, ਤੂੰ ਤੇ ਰਾਜੇ ਦੀ ਨੂੰਹ ਹੈ, ਤੂੰ ਜੰਗਲਾਂ ਵਿੱਚ ਨਾ ਜਾ, ਜੰਗਲਾਂ ਦੇ ਬੜੇ ਦੁੱਖ ਨੇ, ਤੂੰ ਆਪਣੇ ਮਹਿਲਾਂ ਵਿੱਚ ਇੱਥੇ ਰਹਿ ਕੇ ਸੁਖ ਮਾਣ। ਉਹਨੇ ਆਖਿਆ ਨਹੀਂ ਪਤੀ ਦੇਵ, ਜੋ ਤੁਹਾਡੇ ਚਰਨਾਂ ਵਿੱਚ ਮੈਨੂੰ ਸੁੱਖ ਹੈ, ਇੱਥੇ ਕੋਈ ਸੁੱਖ ਨਹੀਂ। ਜਦੋਂ ਇਹ ਭਾਵਨਾ ਜੀਵ ਇਸਤਰੀ ਦੇ ਅੰਦਰ ਪੈਦਾ ਹੋ ਜਾਏ, ਉਹ ਪਰਮਾਤਮਾ ਪਤੀ ਨੂੰ ਵੀ ਪਾ ਸਕਦੀ, ਦੁਨਿਆਵੀ ਪਤੀ ਨੂੰ ਵੀ ਪਾ ਸਕਦੀ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਤਨ ਮਨ ਦੇ ਨਾ ਅੰਤਰ ਰਾਖੈ, ਅਵਰਾਂ ਦੇਖ ਨ ਸੁਣੈ ਅਭਾਖੈ। ਇੱਕ ਹੁੰਦਾ ਬੋਲਣ ਵਾਲੀ ਗੱਲ, ਇੱਕ ਹੁੰਦੀ ਨਾ ਬੋਲਣ ਵਾਲੀ ਗੱਲ। ਜਿਹੜੀ ਬੋਲਣ ਵਾਲੀ ਗੱਲ ਹੈ ਉਹ ਤੇ ਬੋਲੋ, ਪਰ ਗਲਤ ਸ਼ਬਦ ਕਦੇ ਨਾ ਬੋਲੋ। ਲੋਕਾਂ ਦੀਆਂ ਗਲਤ ਗੱਲਾਂ ਨਾ ਸੁਣੋ, ਉਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਘਰ ਨੂੰ ਨਾ ਵਿਗਾੜੋ, ਨਾ ਉਜਾੜੋ। ਇਸੇ ਤਰ੍ਹਾਂ ਜੀਵ ਜਗਿਆਸੂ ਨੂੰ ਵੀ ਕਿਹਾ, ਭਾਈ ਉਸ ਵਾਹਿਗੁਰੂ ਪਰਮਾਤਮਾ ਵਰਗਾ ਹੋਰ ਕੋਈ ਨਹੀਂ। ਗੁਰਬਾਣੀ ਤੇ ਬੜੇ ਸਰਲ ਸ਼ਬਦਾਂ ਵਿੱਚ ਕਹਿੰਦੀ, ਤੁਧ ਬਿਨ ਦੂਜਾ ਨਾਹੀ ਕੋਏ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ। ਤੂੰ ਕਰਤਾਰ, ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ। ਕਈ ਵਾਰੀ ਕੰਨਾਂ ਨਾਲ ਇਹ ਵੀ ਸੁਣਨਾ ਪੈਂਦਾ, ਬੀਬੀਆਂ ਕਹਿੰਦੀਆਂ ਹਨ ਕਿ ਜੀ ਸਾਨੂੰ ਹੀ ਉਪਦੇਸ਼ ਕੀਤਾ ਜਾਂਦਾ, ਬੰਦਿਆਂ ਨੂੰ ਕਿਉਂ ਨਹੀਂ ਕੀਤਾ ਜਾਂਦਾ। ਭਾਈ ਬੰਦਿਆਂ ਦਾ ਵੀ ਬੜਾ ਭਾਰੀ ਫਰਜ਼ ਹੈ, ਗੁਰੂ ਗ੍ਰੰਥ ਸਾਹਿਬ ਤੇ ਸਾਂਝਾ ਉਪਦੇਸ਼ ਕਰਦੇ। ਕਹਿੰਦੇ ਜਿਹੜੇ ਬੰਦੇ ਆਪਣੀਆਂ ਇਸਤਰੀਆਂ ਦਾ ਧਿਆਨ ਛੱਡ ਕੇ ਹੋਰ ਪਾਸੇ ਕਰਦੇ, ਗੁਰਦੇਵ ਬੜੀ ਤਾੜਨਾ ਕਰਦੇ ਨੇ। ਕਹਿੰਦੇ ਨੇ ਕਿਆ ਗਾਲ ਆਇਓ ਭੂਚ। ਇਹ ਅੱਖਰ ਥੋੜੇ ਜਿਹੇ ਔਖੇ ਨੇ। ਗਲਾਇਓ ਦਾ ਮਤਲਬ ਬੋਲਣਾ, ਗੱਲਾਂ ਕਰਨੀਆਂ। ਭੂਚ ਦਾ ਮਤਲਬ ਹੈ ਮੂਰਖ ਬੰਦੇ। ਕਿਆ ਗਾਲ ਆਇਓ ਭੂਚ, ਪਰ ਵੇਲ ਨ ਜੋ ਹੈ ਕੰਤ ਤੂੰ। ਤੂੰ ਪਤੀ ਤਾਂ ਹੈ ਜੇ ਤੂੰ ਪਰਾਈ ਇਸਤਰੀ ਵੱਲ ਨਾ ਦੇਖੇ। ਇੱਥੇ ਵੇਲ ਦਾ ਮਤਲਬ ਹੈ ਇਸਤਰੀ, ਪਰ ਵੇਲ ਦਾ ਮਤਲਬ ਪਰਾਈ ਇਸਤਰੀ। ਕਿਆ ਗਾਲ ਆਇਓ ਭੂਚ, ਪਰ ਵੇਲ ਨ ਜੋ ਹੈ ਕੰਤ ਤੂੰ। ਨਾਨਕ ਫੁੱਲਾਂ ਸੰਦੀਵਾਲ, ਖਿੜਿਆ ਹਬ ਸੰਸਾਰ ਜਿਉ। ਇਹ ਸਾਰਾ ਸੰਸਾਰ ਫੁੱਲਾਂ ਦੀ ਬਗੀਚੀ ਵਾਂਗ ਖਿੜਿਆ। ਹਰ ਫੁੱਲ ਨੂੰ ਪਰਮਾਤਮਾ ਨੇ ਸੁੰਦਰਤਾ ਤੇ ਸੁਗੰਧੀ ਦਿੱਤੀ ਹੈ, ਪਰ ਤੈਨੂੰ ਉਸੇ ਫੁੱਲ ਦੀ ਸੁਗੰਧੀ ਮਾਣਨ ਦਾ ਹੱਕ ਹੈ ਜੋ ਤੇਰੇ ਲੜ ਲੱਗੀ। ਜਿਹੜੇ ਬੰਦੇ ਪਰਾਏ ਘਰ ਦੀ ਝਾਕ ਕਰਦੇ ਨੇ, ਗੁਰਦੇਵ ਉਹਨਾਂ ਨੂੰ ਬੜੀ ਤਾੜਨਾ ਕਰਦੇ ਨੇ। ਕਹਿੰਦੇ ਜੈਸਾ ਸੰਗ ਬਿਸੀਰ ਸਿਓ ਹੈ ਰੇ, ਤੈਸੋ ਹੀ ਇਹ ਪਰਗਰੇ। ਆਪਣਾ ਘਰ ਛੱਡ ਕੇ ਕਿਸੇ ਦੂਜੇ ਘਰ ਵੱਲ ਦੇਖਣਾ ਇੰਨਾ ਹੀ ਖਤਰਨਾਕ ਹੈ ਜਿੰਨਾ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ। ਐਸਾ ਨਹੀਂ ਕਿ ਗੁਰਬਾਣੀ ਵਿੱਚ ਖੇਰ ਇੱਕ ਪੱਖੀ ਗੱਲ ਹੈ, ਨਹੀਂ। ਸਾਡੇ ਲੌਕਿਕ ਦੁਨਿਆਵੀ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਇਹ ਸਭ ਜੀਵਨ ਜਾਚ ਦੱਸੀ ਹੈ। ਪਰ ਇਸਤਰੀ ਨੂੰ ਵੀ ਕਿਹਾ, ਜੇ ਭੁੱਲੀ ਜੇ ਚੁੱਕੀ ਸਾਈਂ,
ਪੀ ਤਹਿ ਜੀ ਕਾਂਡੀਆਂ। ਇੱਥੇ ਕਾਂਡੀਆਂ ਦਾ ਮਤਲਬ ਕਹੀ ਜਾਵਾਂਗੀ, ਕਾਡੀਆਂ ਨਹੀਂ, ਕਾਂਡੀਆਂ। ਜੇ ਭੁੱਲੀ ਜੇ ਚੁੱਕੀ ਸਾਈਂ, ਪੀ ਤਹਿ ਜੀ ਕਾਂਡੀਆਂ। ਜਿਨ੍ਹਾਂ ਨੇ ਦੂਜਾਣੇ ਲੱਗਾ, ਚੂਰ ਮਰੋ ਤੇ ਵਾਂਡੀਆਂ। ਹਉ ਨਾ ਛੋਡੋ ਕੰਤ ਪਾਸਰਾ, ਹਉ ਨਾ ਛੋਡੋ ਕੰਤ ਪਾਸਰਾ। ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਗਾ ਆਸਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁਮਾਣੀਆਂ। ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਵਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਲਓ, ਇਹ ਪਹਿਲਾ ਪਦ ਸੰਪੂਰਨ ਹੋਇਆ। ਆਖਿਆ ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨ ਪਾਈ ਰਹਾਓ। ਹੁਣ ਦੂਜਾ, ਜਿੱਥੇ ਸੁਹਾਗਣ ਦੀ ਗੱਲ ਸਮਝਾਈ, ਸੁਹਾਗਣ ਦੇ ਗੁਣ ਦੱਸੇ, ਸੁਹਾਗਣ ਕਿਵੇਂ ਬਣਿਆ ਜਾਂਦਾ, ਸਭ ਕੁਝ ਸਮਝਾ। ਹੁਣ ਦੂਜਾ ਪੱਖ ਵੀ ਸੁਣ ਲਓ। ਆਖਿਆ ਜਿਸਨੇ ਆਪਣੇ ਪਤੀ ਦੀ ਪ੍ਰੀਤ ਨਹੀਂ ਮਾਣੀ, ਉਹ ਪਹਿਲੀ ਗੱਲ ਤੇ ਦੁਖੀ ਹੈ। ਉਹਨੂੰ ਲੱਖਾਂ ਲੋਕ ਧੀਰਜ ਦੇਣ, ਨਾ ਉਹਨੂੰ ਕੋਠੀਆਂ, ਨਾ ਕਾਰਾਂ, ਨਾ ਪਦਾਰਥ, ਕੋਈ ਵੀ ਉਸ ਨੂੰ ਧੀਰਜ ਨਹੀਂ ਦੇ ਸਕਦਾ। ਦੁਖੀ ਦੁਹਾਗਣ ਦੋਏ ਪੱਖ ਹੀਨੀ, ਨਾ ਉਹਨੂੰ ਸਹੁਰੇ ਸੁੱਖ ਨਾ ਪੇਕੇ ਸੁੱਖ, ਨਾ ਇਸ ਲੋਕ ਵਿੱਚ ਸੁੱਖ ਨਾ ਪਰਲੋਕ ਵਿੱਚ ਸੁੱਖ। ਉਹਦੇ ਦੋਵੇਂ ਪੱਖ ਹੀਣੇ ਹੋ ਗਏ। ਉਹ ਦੋਵਾਂ ਪੱਖਾਂ ਦੇ ਸੁੱਖ ਤੋਂ, ਪਿਆਰ ਤੋਂ ਵਾਂਝੀ ਰਹਿ ਗਈ, ਕਿਉਂਕਿ ਉਹਦੀ ਗਲਤੀ ਕਰਕੇ ਪੇਕੇ ਵੀ ਦੁਖੀ, ਸਹੁਰੇ ਵੀ ਦੁਖੀ। ਆਖਿਆ ਦੁਖੀ ਦੁਹਾਗਣ ਦੋਏ ਪੱਖ ਹੀਨੀ, ਜਿਨ ਨਾਹ ਨਿਰੰਤਰ ਭਗਤ ਨ ਕੀਨੀ। ਜਿਨ, ਇੱਥੇ ਜਿਨ ਦੇ ਨਨੇ ਨੂੰ ਸਿਹਾਰੀ ਹੈ। ਜਿਸ ਨੇ ਨਾਹ ਨਿਰੰਤਰ, ਇਹਨੂੰ ਨਾ ਨਹੀਂ ਕਰਨਾ। ਨਾ ਦਾ ਮਤਲਬ ਹੈ ਖਸਮ। ਅੰਦਰ ਖਸਮ ਹੈ, ਪਰ ਉਸ ਨੇ ਮਾਲਕ ਦੀ ਭਗਤੀ ਨਹੀਂ ਕੀਤੀ। ਸਵਾਰਥੀ ਬਿਰਤੀ ਬਣਾ ਲਈ। ਜਦੋਂ ਕੁਝ ਚਾਹੀਦਾ ਉਦੋਂ ਅੱਗੇ ਪਿੱਛੇ, ਜਦੋਂ ਮਿਲ ਗਿਆ ਫਿਰ ਭੁੱਲ ਜਾਓ। ਨਹੀਂ, ਨਿਰੰਤਰ ਦਾ ਮਤਲਬ ਹੈ ਇੱਕ ਰਸ, ਕੰਟੀਨਿਊਸਲੀ, ਲਗਾਤਾਰ ਆਪਣੇ ਮਾਲਕ ਦੀ ਯਾਦ ਵਿੱਚ ਜੁੜੇ ਰਹਿਣਾ। ਤੇ ਇਹ ਦ੍ਰਿੜਤਾ ਕਰਨੀ। ਜੇ ਸੁਖ ਦੇਹ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੇ ਵਾਹਿਗੁਰੂ, ਜਿਸ ਹਾਲਤ ਵਿੱਚ ਰੱਖੇ ਮੈਂ ਉਵੇਂ ਰਾਜੀ। ਜਦੋਂ ਤੀਕਰ ਸਮਰਪਿਤ ਭਾਵਨਾ ਨਹੀਂ ਹੁੰਦੀ, ਉਦੋਂ ਤੀਕਰ ਦੁਹਾਗਣ ਤੋਂ ਸੁਹਾਗਣ ਨਹੀਂ ਬਣਿਆ ਜਾ ਸਕਦਾ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ, ਦੁਖੀ ਦੁਹਾਗਣ ਦੋਏ ਪੱਖ ਹੀਨੀ, ਜਿਨ ਨਾਹ ਨਿਰੰਤਰ ਭਗਤ ਨ ਕੀਨੀ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਜਿਸ ਨੇ ਲਗਾਤਾਰ ਇੱਕ ਰਸ ਪਰਮਾਤਮਾ ਪਤੀ ਦੀ ਭਗਤੀ ਨਹੀਂ ਕੀਤੀ, ਉਹਦਾ ਲੋਕ ਵੀ ਵਿਗੜ ਜਾਏਗਾ, ਪਰਲੋਕ ਵੀ ਵਿਗੜ ਜਾਏਗਾ। ਥੋੜਾ ਜਿਹਾ ਭੈ ਵੀ ਦਿੰਦੇ ਹਨ। ਪੁਰਸਲਾਤ ਕਾ ਪੰਥ ਦੋਹੇਲਾ। ਹੁਣ ਇਹ ਪੁਰਸਲਾਤ ਸ਼ਬਦ ਆਮ ਸਾਡੇ ਵਿੱਚ ਨਹੀਂ ਵਰਤਿਆ ਜਾਂਦਾ, ਪਰ ਇਸਲਾਮ ਧਰਮ ਦਾ ਖਿਆਲ ਹੈ ਕਿ ਦੋਜ਼ਖ ਦੀ ਅੱਗ ਨੂੰ ਪਾਰ ਕਰਨ ਵਾਸਤੇ ਇੱਕ ਪੁਲ ਹੈ। ਉਹਨੂੰ ਪੁਲ ਸਿਰਾਤ ਕਿਹਾ। ਕਈ ਉਸ ਨੂੰ ਸੂਲਾਂ ਦਾ ਪੁਲ ਕਹਿੰਦੇ ਨੇ, ਕਈ ਕਹਿੰਦੇ ਉਹ ਇਤਨਾ ਬਰੀਕ ਹੈ ਕਿ ਉਹਦੇ ਵਿੱਚੋਂ ਜੀਵ ਨੂੰ ਲੰਘਣਾ ਪੈਂਦਾ। ਗੱਲ ਕੀ ਹੈ, ਸਾਰੀਆਂ ਬਾਤਾਂ ਨੂੰ ਗੁਰਬਾਣੀ ਇਸ ਝੇੜੇ ਵਿੱਚ ਨਹੀਂ ਪੈਂਦੀ, ਹੈਗਾ ਕਿ ਨਹੀਂ। ਸਾਨੂੰ ਸਵਾਰਨ ਵਾਸਤੇ ਇਹ ਹਵਾਲਾ ਦਿੱਤਾ ਗਿਆ ਵੀ ਉਹ ਪੰਥ। ਦੇਖੋ ਨਾ, ਸੁਖਮਨੀ ਸਾਹਿਬ ਪੜ੍ਹਨ ਵਾਲੇ ਜਾਣਦੇ ਨੇ, ਜੇ ਮਾਰਗ ਕੇ ਗਨੇ ਜਾਹੇ ਨ ਕੋਸਾ। ਮੈਂ ਮਿਲਣ ਨਹੀਂ ਗਿਆ, ਤੁਸੀਂ ਮਿਲਣੇ ਨਹੀਂ, ਪਰ ਕਿਉਂਕਿ ਇੱਕ ਪ੍ਰਚਲਿਤ ਖਿਆਲ ਹੈ, ਮਹਾਰਾਜ ਨੇ ਉਹਦਾ ਹਵਾਲਾ ਦੇ ਦਿੱਤਾ। ਆਖਿਆ ਜੇ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ
ऊहा तंग तोचा, जे पैंडे महा अंध गुबारा, हर का नाम संग उजियारा। जहाँ पंथ तेरा को न सिंघानू, हर का नाम ता नाल पछान। गल की इस जीवन विच जिमें इस दुनियावी पति का साथ, मैं किधरे कथा कर रहा सी ते मैं सहज सवाए क्या, देखो एक थानेदार बनना होवे ना ते उन्होंने पता नहीं किन्नी क मेहनत मशक्कत करनी पैंदी है, पर उहदे लड़ लगन वाली बिना किसी मेहनत मशक्कत तो थानेदार नहीं बन जाता, उहदा दर्जा उन्ना ही उच्चा हो जाता है। इसे तरह परमेश्वर पति नाल बन आउण नाल वो सुहागण है, वो सुखी है, उसकी शोभा है, उसनूं महाराज सोई सुहागण विचखण सबराई बड़े ही दर्जे देते। वो इस्तरी सोहणे नेत्रां वाली है, वो भरावां वाली है, उसकी शोभा बड़ी है सौरे पेके। पर जिसने परमेश्वर पति नूं याद नहीं किया, दुखी दोहागण दोए पक हीनी, जिन नाहा निरंतर भगत न कीनी। पुरसलात का पंथ दोहेला, उहदे लई पंथ कहंदे ने रस्ते नूं, वो रस्ता जिहदे उत्ते इस्लाम धर्म वाले मनते हैं कि दोजक की अग उत्ते एक पुल बनया होया, वो बड़ा बरीक है। वो दोहेला दुखी है ते संग न साथी, गमन अकेला। उत्थे कोई संगी नहीं, कोई साथी नहीं, किसी ने सहायता नहीं करनी, उत्थे तो इको एक ही सहायता कर सकता। वो कौन है? परम पिता परमात्मा। उत्थे तो वाहिगुरु ही सहायता कर सकता है। उन्होंने ही पति किया, उन्होंने पिता। जिमें एक सुहागण इस्त्री कहती जी मेरे लिए तो सब कुछ तुसी हो, मैं होर किसी की आस नहीं रखती। तो महाराज कहते ने इस तरह उस पंथ तो लंघण वास्ते कोई होर दुनियादार साथी नहीं, उत्थे तां परमेश्वर का नाम जपिया ही सहायता करेगा। अखीरले पद विच भगत जी कहते हैं दुखिया दर्द बंद दर आया। दर दे रारे नूं सिहारी है, तुहाडे दर ते, तुहाडे दरबार विच, तुहाडी हजूरी विच मैं दुखिया, इन्हां संसार दे दुखां दा सताया होया दर्द बंदा, दर्द वंडण लई आया ते तुहाडी ओट तकी है। दुखिया दर्द बंद दर आया, बहुत प्यास जवाब न पाया। अंदर ते बड़ी प्यास, पर अगों जदों हुंगारा ना मिले, जदों जवाब ना मिले, जदों हाँ पक्की गल ना होवे तां निराशता तो हुंदी है। पर भगत जी कहते निराश नहीं होना। दुनियावी जीवन विच भी यही तरीका है, कदे तोड़ विछोड़ा ना करो, बड़े धीरज दे नाल, बड़े निमरता दे नाल इन्हां पईयां होईयां उलझणां ते गुंझलां नूं खोल लो। ते भगत जी तो जाच सिख लईए। की आखीए? कह रविदास शरण प्रभ तेरी, कह रविदास शरण प्रभ तेरी। कह रविदास, इत्थे प्रभ का भब्बा मुक्ता है। प्रभ नूं संबोधन किया, हे प्रभु मैं तेरी शरण विच आ गया। शरण विच आउण वास्ते ना इत्थे कोई जोबन का अहंकार, ना इत्थे अपनी सुंदरता का अहंकार, ना इत्थे कोई पेकियां का मान। ये सारियां चीज़ां छड्ड के जदों उस वाहिगुरु की शरण विच आ जावांगे, जिवें भगत रविदास जी जाच दस रहे ने, दुखी तो मैं बहुत हाँ, दर्द बंदा तो बहुत हाँ, मैनू बड़ियां ठोकरां लगियां ने चार चफेरियों, पर हे प्रभु मैं हुण सारे आसरे छड्ड के कह रविदास शरण प्रभ तेरी, कह रविदास शरण प्रभ तेरी। ज्यों जानो त्यों कर गत मेरी,
ਜਿਉ ਜਾਨੋ ਤਿਉ ਕਰ ਗਤ ਮੇਰੀ। ਜਿਉ ਜਾਨੋ ਤਿਉ ਕਰ ਗਤ ਮੇਰੀ, ਮੇਰੀ ਗਤੀ ਕਰ ਲਓ, ਮੇਰੀ ਕਲਿਆਣ ਕਰ ਦਿਓ, ਮੇਰੇ ਦੁੱਖ ਕੱਟ ਦਿਓ। ਸੱਚਮੁੱਚ ਇਹਨਾਂ ਪਾਏ ਪੂਰਨਿਆਂ ਤੇ ਚੱਲ ਕੇ ਇੱਕ ਜੀਵ ਇਸਤਰੀ, ਇੱਕ ਦੁਨਿਆਵੀ ਔਰਤ ਵੀ ਆਪਣੇ ਜੀਵਨ ਦੀਆਂ ਸਾਰੀਆਂ ਗੁੰਝਲਾਂ ਨੂੰ ਦੂਰ ਕਰ ਸਕਦੀ ਔਰ ਉਹਦੀਆਂ ਮੁਸ਼ਕਲਾਂ ਦੂਰ ਹੋ ਸਕਦੀਆਂ ਨੇ। ਹਾਂ, ਜੇ ਉਹਦੇ ਅੰਦਰ ਅਹੰਕਾਰ ਹੈ, ਜੇ ਉਹਦੇ ਅੰਦਰ ਚਤੁਰਾਈ, ਸਿਆਣਪ ਤੇ ਹਉਮੈ ਦੀ ਮੈਂ, ਫਿਰ ਮੁਸ਼ਕਲ ਹੈ। ਭਗਤ ਜੀ ਨੇ ਕਿਹਾ ਸਰੈਂਡਰ ਕਰਕੇ, ਆਪਣਾ ਆਪ ਤਿਆਗ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰੀਏ, ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਕਹਿ ਰਵਿਦਾਸ। ਜਿਉ ਜਾਨੋ ਤਿਉ ਕਰ ਗਤ ਮੇਰੀ, ਜਿਉ ਜਾਨੋ ਤਿਉ ਕਰ ਗਤ ਮੇਰੀ। ਤੋ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਸਾਡੇ ਦੁਨਿਆਵੀ ਜੀਵਨ ਨੂੰ ਅਤੇ ਸਾਡੇ ਪਰਲੌਕਿਕ ਜੀਵਨ, ਦੋਵਾਂ ਪੱਖਾਂ ਨੂੰ ਰੱਖ ਕੇ ਸਾਡੇ ਸਾਹਮਣੇ ਇੱਕ ਐਸਾ ਉਪਦੇਸ਼, ਇੱਕ ਐਸੀ ਜੀਵਨ ਜਾਂਚ ਦੱਸੀ ਹੈ। ਇਹਨੂੰ ਸਮਝਣ ਲਈ ਸਮਾਂ ਤੇ ਲੱਗਦਾ ਹੈ, ਇਹਨੂੰ ਸਮਝਣ ਲਈ ਤੇ ਕਮਾਉਣ ਲਈ ਸਮਾਂ ਤੇ ਲੱਗਦਾ ਹੈ। ਹਾਂ, ਗੁਰਦੇਵ ਕਹਿੰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ। ਜਿਨ੍ਹਾਂ ਨੇ ਇਸ ਨੂੰ ਸੁਣ ਕੇ ਮੰਨ ਲਿਆ, ਮੰਨ ਕੇ ਉਹਦੇ ਨਾਲ ਪਿਆਰ ਕੀਤਾ, ਫਿਰ ਉਹ ਅੰਦਰ ਪਹੁੰਚ ਗਏ, ਅੰਦਰ ਅੰਤਰਮੁਖੀ ਹੋ ਗਏ। ਤੇ ਅੰਤਰਗਤ ਤੀਰਥ ਮਲ ਨਾ ਹੋ। ਤੇ ਜਿਹੜਾ ਅੰਦਰ ਨਹਾਉਂਦਾ ਹੈ, ਮੈਲ ਧੋਂਦਾ ਹੈ, ਹਉਮੈ ਤਿਆਗਦਾ ਹੈ, ਉਹ ਫਿਰ ਕੀ ਕਹਿੰਦਾ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਸਭ ਗੁਣ ਤੇਰੇ। ਕੀ ਅਸੀਂ ਇਹ ਗੱਲ ਕਹਿੰਦੇ ਹਾਂ? ਅਸੀਂ ਤੇ ਹੰਕਾਰ ਦੇ ਭਰੇ ਹੋਏ ਸਾਰੇ ਸੰਸਾਰ 'ਚ ਮੈਂ ਦੇਖਦਾ, ਚਾਹੇ ਘਰ ਹੈ ਚਾਹੇ ਬਾਹਰ ਹੈ, ਅਹੰਕਾਰ ਨੇ ਹੀ ਦੁਖੀ ਕਰ ਰੱਖਿਆ। ਪਰ ਬਾਬੇ ਨਾਨਕ ਨੇ ਤੇ ਇਹ ਜਾਚ ਸਿਖਾਈ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰਦੇਵ ਨੇ, ਭਗਤ ਜੀ ਨੇ ਬੜੀ ਕਿਰਪਾ ਕੀਤੀ। ਆਖਿਆ, ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇ ਨਾ ਅੰਤਰ ਰਾਖੈ, ਅਵਰਾ ਦੇਖ ਨ ਸੁਨੈ ਅਭਾਖੈ, ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਰਹਾਉ ਦੁਖੀ ਦੁਹਾਗਣ ਦੋਏ ਪਖ ਹੀਨੀ, ਜਿਨ ਨਹਾ ਨਿਰੰਤਰ ਭਗਤ ਨ ਕੀਨੀ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨ ਸਾਥੀ ਗਮਨ ਅਕੇਲਾ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨ ਪਾਇਆ, ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰ ਗਤ ਮੇਰੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਅਰਦਾਸ ਕਰੋ, ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ,
राम राजे हम भूल बिगाड़े दिन तो रात। ਸਾਡੇ ਕੋਲ ਤਾਂ ਗਲਤੀਆਂ ਹੀ ਗਲਤੀਆਂ ਹੁੰਦੀਆਂ, ਤੁਸੀਂ ਮਿਹਰ ਕਰੋ, ਕਿਰਪਾ ਕਰੋ, ਸਾਡੀਆਂ ਗਲਤੀਆਂ ਨੂੰ ਨਾ ਚਿਤਾਰੋ। ਬੜੇ ਪਿਆਰੇ ਸ਼ਬਦ ਸਤਿਗੁਰ ਆਇਓ ਸ਼ਰਨ ਤੁਹਾਰੀ। ਸਾਡੇ ਵਿੱਚੋਂ ਬਹੁਤੇ ਤੇ ਪੜ੍ਹਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ, ਨਾ ਪਤਾ ਲੱਗੇ ਸਤਿਗੁਰੂ ਆਇਆ, ਨਾ ਪਤਾ ਅਸੀਂ ਸਤਿਗੁਰੂ ਕੋਲ ਆਏ। ਨਹੀਂ, ਸਤਿਗੁਰ ਆਇਓ ਸ਼ਰਨ ਤੁਹਾਰੀ। हे सतगुरा मैं तेरी शरण में आया, मिले सुख नाम हर शोभा, चिंता लाए हमारी राह। अवर न सूझै दूजी ठाहर, हार परयो तो द्वारी। लेखा छोड़ अलेखै छूटै, हम निर्गुण ले उबारी। सद बख्शिंद सदा मेहरवाना, सबना दे आधारी। नानक दास संत पाछै परियो, राख ले हो ए बार। तो सत्संगत समा हो चुका है। भगत रविदास जी दियाँ उचियाँ उडारियाँ ते उच्चे जीवन दियाँ अध्यात्मक बातां जिन्नी क समझ आई तुहाडे नाल साझीਆਂ कीतियां ने। होइयां भुलां चुकां दी खिमा बख्शनी। गज के फतेह बुलाओ। वाहिगुरु जी का खालसा, वाहिगुरु जी की